ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਹਾਂ ਨਵਜੋਤ ਕੌਰ। ਤਾਂ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਉਸ ਮੀਟਿੰਗ ਦੀ ਜੋ ਇਸ ਵੇਲੇ ਸਿੰਘੂ ਬਾਰਡਰ ਤੇ ਚੱਲ ਰਹੀ ਹੈ। ਕਿਸਾਨ ਜਥੇਬੰਦੀਆਂ ਦੀ ਮੀਟਿੰਗ ਇਸ ਵੇਲੇ ਜਾਰੀ ਹੈ। ਦੇਸ਼ ਭਰ ਦੇ ਸੰਗਠਨਾਂ ਦੀ ਮੀਟਿੰਗ ਇਸ ਵੇਲੇ ਚੱਲ ਰਹੀ ਹੈ। ਕੇਂਦਰ ਦੇ ਪ੍ਰਸਤਾਵ ਤੇ ਕਿਸਾਨਾਂ ਦਾ ਮੰਥਨ ਚੱਲ ਰਿਹਾ। ਤੁਹਾਨੂੰ ਦੱਸ ਦਈਏ ਕਿ ਕੇਂਦਰ ਵੱਲੋਂ ਇੱਕ ਪ੍ਰਸਤਾਵ ਭੇਜਿਆ ਗਿਆ ਹੈ ਜਿਸ ਤੇ ਹੁਣ ਫਿਲਹਾਲ ਮੰਥਨ ਚੱਲ ਰਿਹਾ ਕਿਸਾਨਾਂ ਦਾ ਔਰ ਦੇਸ਼ ਦੀਆਂ तमाम संगठन किसानी संगठन इस मीटिंग दे विच इस वेले शामिल ने और केंद्र सरकार ने किसानां नूं प्रस्ताव भेज दिता है। प्रस्ताव दे विच MSP ते कानून बनाउण दा भरोसा दिता गया है। APMC एक्ट दे विच भी बदलाव दा भरोसा दिता गया है। प्रस्ताव दे विच निजी कंपनियां ते टैक्स लगाउण दी गल रखी गई है। विवाद होण ते कोर्ट जाण दा बदल देण दी गल कही गई है क्योंकि तुहानूं दस दे कि पहला जो बिल दे विच प्रपोज कीतियां गईयां सी जो कुछ गल्लां रखियां गईयां सी उस दे विच इह सी कि कोर्ट नहीं जा सकणगे किसान, हालांकि SDM तक पहुंच कर सकणगे। पर हुण जिहड़ा प्रपोजल केंद्र सरकार ਵੱਲੋਂ ਦਿੱਤਾ ਗਿਆ ਉਸ ਦੇ ਵਿੱਚ ਕੋਰਟ ਜਾਣ ਦਾ ਬਦਲ ਦੇਣ ਦੀ ਗੱਲ ਵੀ ਕਹੀ ਗਈ ਹੈ। ਪ੍ਰਸਤਾਵ ਤੇ ਮੰਥਨ ਤੋਂ ਬਾਅਦ ਅਗਲਾ ਫੈਸਲਾ ਲੈਣਗੇ ਕਿਸਾਨ। ਤਾਂ ਲਗਭਗ 1 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਜਦੋਂ ਕਿ ਕਿਸਾਨਾਂ ਨੂੰ ਪ੍ਰਪੋਜ਼ਲ ਮਿਲ ਚੁੱਕਿਆ ਕੇਂਦਰ ਸਰਕਾਰ ਦਾ ਔਰ ਇਸ ਵੇਲੇ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਦੇ ਵਿੱਚ देश भर के संगठन के किसान आगू मौजूद ने। MSP का जिक्र किया गया इस प्रपोजल के MSP ते कानून बनाने का भरोसा दिता गया। जिहड़ी मंग किसानां वल्लों सब तो पहला की जा रही सी, MSP का खदशा जताया जा रहा सी, उस ते कानून बनाने का भरोसा भी इस प्रपोजल दे विच दे दिता गया है। ਜੇ ਸਰਕਾਰ ਦੇ ਵਿੱਚ ਨਾ ਸਰਕਾਰ ਨੂੰ ਪੈਰਾਂ ਹੱਥਾਂ ਦੀ ਤਾਂ ਪਈ ਹੋਈ ਹੈ ਪਰ ਲੇਕਿਨ ਹਜੇ ਉਹਦਾ ਦਿਮਾਗ ਪੂਰਾ ਫਰੈਸ਼ ਖੁੱਲਿਆ ਨਹੀਂ। ਜਿਸ ਤਰ੍ਹਾਂ ਸੰਯੁਕਤ ਰਾਸ਼ਟਰ ਔਰ ਬਾਹਰਲੇ ਕੰਟਰੀ ਉਹਨਾਂ ਨੂੰ ਲਾਹਣਤਾ ਪਾ ਰਹੇ ਆ ਪਰ ਇਹ ਜੇ ਪ੍ਰਧਾਨ ਮੰਤਰੀ ਨਿਕੰਮਾ ਸਾਨੂੰ ਕਦੇ ਮਿਲਿਆ ਨਹੀਂ ਤੇ ਇਹਨੂੰ ਇਹ ਸੋਚਣ ਨੂੰ ਮਜਬੂਰ ਹੋਣਾ ਪੈਣਾ ਕਿ ਜੇ ਤੂੰ ਗਲਤ ਵੀ ਕਰ ਰਿਹਾ ਗਲਤੀਆਂ ਇਨਸਾਨਾਂ ਤੋਂ ਹੀ ਹੁੰਦੀਆਂ ਇਸ ਕਰਕੇ ਇਹਨੂੰ ਇਹ ਤਿੰਨੇ ਕਾਨੂੰਨ ਰੱਦ ਕਰਨੇ ਚਾਹੀਦੇ ਆ। और सारा आवाम और दुनिया कह रही है कि कानून गलत है। ये तो सानू कह रहे हैं पढ़ने की लोड़ है, असी कोई BSc कोई MSc सानू ये पढ़ाउण लगे हैं। ਹੁਣ ਗੱਲ ਪੰਜਾਬ ਦੇ BJP ਆਗੂ ਸੁਰਜੀਤ ਜਿਆਣੀ ਦੀ ਜਿਨ੍ਹਾਂ ਵੱਲੋਂ ਨਿਊਜ਼ 18 ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਸਟੇਟਮੈਂਟਸ ਦਿੱਤੀਆਂ ਗਈਆਂ ਨੇ। ਆਗੂਆਂ ਨੂੰ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿਸਾਨ ਕਾਨੂੰਨ ਰੱਦ ਕਰਨ ਦੀ ਅੜੀ ਛੱਡ ਦੇਣ। ਜਿਆਣੀ ਵੱਲੋਂ ਇੱਕ ਗੱਲ ਕਹੀ ਗਈ ਹੈ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਰਹੀ ਹੈ। ਕੱਲ ਦੀ ਮੀਟਿੰਗ ਦੇ ਵਿੱਚ ਮਸਲੇ ਦਾ ਹੱਲ ਹੋਣ ਦੀ ਉਮੀਦ ਉਹਨਾਂ ਵੱਲੋਂ ਜਤਾਈ ਗਈ ਹੈ। ਕਾਂਗਰਸ ਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ। ਕਾਂਗਰਸ ਦੇ ਲੋਕ ਇਹੀ ਖੇਤੀ ਬਿੱਲ ਦੇ ਸਮਰਥਨ ਦੇ ਵਿੱਚ ਸਨ। ਵਿਰੋਧੀ ਪਾਰਟੀਆਂ ਕਿਸਾਨਾਂ ਦੇ ਮਸਲੇ ਤੇ ਸਿਆਸਤ ਕਰ ਰਹੀਆਂ ਨੇ। ਤਾਂ ਜਿਆਣੀ ਵੱਲੋਂ ਅਪੀਲ ਕੀਤੀ ਗਈ ਹੈ ਕਿਸਾਨਾਂ ਨੂੰ ਕਿ ਉਹ ਆਪਣੀ ਅੜੀ ਛੱਡ ਦੇਣ ਕਿਉਂਕਿ ਕੇਂਦਰ ਸਰਕਾਰ ਉਹਨਾਂ ਦੀਆਂ तमाम ਮੰਗਾਂ ਮੰਨ ਰਹੀ ਹੈ ਜਿਸ ਤੋਂ ਬਾਅਦ ਹੁਣ ਅੜੀ ਦਾ ਸਵਾਲ ਪੈਦਾ ਨਹੀਂ ਹੁੰਦਾ। ਕਿਸਾਨਾਂ ਨੂੰ ਸਰਕਾਰ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹ ਕਾਂਗਰਸ ਤੇ ਵੀ ਨਿਸ਼ਾਨਾ ਸਾਧਦੇ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਲੋਕ ਇਹੀ ਖੇਤੀ ਬਿੱਲ ਦੇ ਸਮਰਥਨ ਦੇ ਵਿੱਚ ਸਨ ਔਰ ਵਿਰੋਧੀ ਪਾਰਟੀਆਂ ਕਿਸਾਨਾਂ ਦੇ ਮਸਲੇ ਤੇ ਮਹਿਜ਼ ਸਿਆਸਤ ਕਰ ਰਹੀਆਂ ਨੇ। ਸੁਰਜੀਤ ਜੈਨੀ ਕੋਲ ਜਾਂਦੇ ਆ ਗੱਲਬਾਤ ਕਰਦੇ ਆ। ਜੈਨੀ ਸਾਹਿਬ ਮੰਚ ਕੀ ਚੱਲ ਰਿਹਾ ਸਰਕਾਰ ਦੇ ਕਾਨੂੰਨ ਰੱਦ ਹੋਣਗੇ ਕਿਉਂਕਿ ਕੱਲ ਦੀ ਬੈਠਕ ਵੀ 3 ਘੰਟੇ ਅਮਿਤ ਸ਼ਾਹ ਹੋਰਾਂ ਦੇ ਨਾਲ ਨਿਕਲੀ ਲੇਕਿਨ ਬੇਨਤੀਜਾ ਨਿਕਲੀ, ਕੋਈ ਰਿਜ਼ਲਟ ਨਹੀਂ ਨਿਕਲਿਆ। ਸਰਕਾਰ ਦੇ ਮਨ 'ਚ ਕੀ ਹੈ? ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਰਕਾਰ ਦੇ ਮਨ ਦੇ ਵਿੱਚ ਕਿਸਾਨਾਂ ਦੇ ਹਿੱਤ ਵਿੱਚ ਔਰ ਅੱਛਾ ਫੈਸਲਾ ਦੇਣ ਦਾ ਜਿਹਦੇ ਵਿੱਚ ਸਰਕਾਰ ਕਿਸਾਨਾਂ ਦਾ ਫਾਇਦਾ ਹੋਵੇ ਇਹ ਸੋਚ ਕੇ ਹੋਏ ਮੀਟਿੰਗਾਂ ਜਿਹੜੀ ਚੱਲ ਰਹੀ ਹੈ। ਇਹ ਕਹਿਣਾ ਕਿ ਮੀਟਿੰਗ ਦਾ ਵੀ ਸਿੱਟਾ ਨਹੀਂ ਨਿਕਲਿਆ, ਸਿੱਟਾ ਨਿਕਲ ਰਿਹਾ ਹੈ। ਇਹ ਕੋਈ ਮਾਮਲਾ ਛੋਟਾ ਨਹੀਂ ਹੈ, ਵੱਡਾ ਮਾਮਲਾ ਹੈ। ਕਿਸਾਨੀ ਦੇ ਨਾਲ ਜੁੜਿਆ ਹੈ, ਪੂਰੇ ਦੇਸ਼ ਨਾਲ ਜੁੜਿਆ ਹੈ ਔਰ ਖਾਸ ਕਰਕੇ ਪੰਜਾਬ ਸੂਬੇ ਨਾਲ ਜੁੜਿਆ ਹੈ। ਕਿਸਾਨ ਸੁਣਨਾ ਚਾਹ ਰਹੇ ਹੈ ਕਿ ਕਿਹੜੀਆਂ ਗੱਲਾਂ ਸਰਕਾਰ ਨੇ ਮੰਨ ਲਈਆਂ। 8 ਗੱਲਾਂ ਸਰਕਾਰ ਦੇ ਸਾਹਮਣੇ ਰੱਖੀਆਂ ਸੀ। ਇੱਕ ਸੀ ਇਲੈਕਟ੍ਰਿਸਿਟੀ 2020, ਮੈਂ ਇੱਥੋਂ ਸ਼ੁਰੂਆਤ ਕਰਦਾ। ਇਹ ਮੰਨ ਲਈ ਹੈ, ਇਸ ਦੇ ਸੋਧ ਨਹੀਂ ਕੀਤਾ ਜਾਏਗਾ? ਦੇਖੋ ਗੱਲ ਹੈ, ਮੈਂ ਇੱਕ ਵਾਰੀ ਇਹਨਾਂ ਬਾਰੇ ਕੁਝ ਨਹੀਂ ਕਹਿੰਦਾ ਕਿਉਂ ਜਿਹੜੀ ਮੀਟਿੰਗ ਦੇ ਵਿੱਚ ਬੈਠੇ ਨੇ ਮੈਂ ਇੱਕ ਗੱਲ ਤੋਂ ਖੁਸ਼ੀ ਜ਼ਾਹਿਰ ਕਰਦਾ। ਗੱਲ ਟੁੱਟੀ ਨਹੀਂ, ਗੱਲ ਚੱਲ ਰਹੀ ਹੈ, ਚੱਲ ਰਹੀ ਹੈ। ਇੱਥੋਂ ਤੱਕ ਚੱਲਦੇ ਅਮਿਤ ਸ਼ਾਹ ਜੀ ਨਾਲ ਮੀਟਿੰਗ ਹੋਈ ਹੈ ਔਰ ਉਹਦੇ ਵਿੱਚ ਸਾਰੀ ਗੱਲਾਂ ਬਾਤਾਂ ਜਿਹੜੀ ਪਿਛਲੀ ਕੋਕ ਸੀ ਸਾਰੀ ਰੱਖੀ ਗਈ ਹੈ ਔਰ ਉਹਦੇ ਵਿੱਚ ਮੈਂ ਮੀਟਿੰਗ ਦੇ ਵਿੱਚ ਨਹੀਂ, ਮੈਂ ਜਿਸ ਤਰ੍ਹਾਂ ਤੁਸੀਂ ਗੱਲਬਾਤ ਕਰਵਾ ਰਹੇ ਹੋ ਲਗਾਤਾਰ ਕਿਸਾਨ ਅਤੇ ਸਰਕਾਰਾਂ ਦੇ ਵਿਚਾਲੇ ਗੱਲਬਾਤ ਕਰਾ ਰਹੇ ਹੋ, ਤੁਹਾਨੂੰ ਪਤਾ ਹੋਏਗਾ ਸਰਕਾਰ ਦੇ ਮਨ 'ਚ ਕੀ ਹੈ। ਸਰਕਾਰ ਤਿੰਨੇ ਕਾਨੂੰਨ ਰੱਦ ਕਰਨ ਤੇ ਵਿਚਾਰ ਕਰ ਰਹੀ ਹੈ ਜਾਂ ਸੋਧ ਕਰਨ ਤੇ ਵਿਚਾਰ ਕਰ ਰਹੀ ਕਿਉਂਕਿ ਕਿਸਾਨ ਇਹ ਕਹਿ ਰਹੇ ਨੇ ਕਿ ਸੋਧ ਕਰਨ ਲਈ ਜੋ ਕਮੀਆਂ ਸੀਗੀਆਂ ਉਹ ਸੋਧ ਕਰਨ ਨੂੰ ਤਿਆਰ ਹੈ ਲੇਕਿਨ ਅਸੀਂ ਕਹਿ ਰਹੇ ਹਾਂ ਕਿ ਕਾਨੂੰਨ ਰੱਦ ਕਰੋ। ਦੇਖੋ ਅਸੀਂ ਵਿੱਚ ਸਰਕਾਰ ਦੇ ਔਰ ਜਥੇਬੰਦੀਆਂ ਦੇ ਵਿੱਚ ਔਰ ਪੰਜਾਬ ਦੇ ਹਿੱਤ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ। ਗੱਲਾਂ ਮੈਨੂੰ ਸਾਰੀਆਂ ਹੀ ਪਤਾ ਹੈ, ਇਹ ਗੱਲ ਨਹੀਂ ਮੈਨੂੰ ਪਤਾ ਨਹੀਂ ਹੈਗੀ ਪਰ ਗੱਲਾਂ ਜਦੋਂ ਤੱਕ ਫੈਸਲਾ ਨਹੀਂ ਹੋ ਜਾਂਦਾ ਸਾਡਾ ਓਪਨ ਕਰਨਾ ਉਚਿਤ ਨਹੀਂ ਹੈ।
ਲੇਕਿਨ ਕਿਸਾਨ ਆਗੂ ਕਹਿ ਰਹੇ, ਕਹਿੰਦੇ ਇੱਕ ਕਾਨੂੰਨ ਰੱਦ ਹੋਏਗਾ ਟ੍ਰੇਡ ਨੂੰ ਲੈ ਕੇ, ਇੱਕ ਕਾਨੂੰਨ ਨਵਾਂ ਬਣਾਇਆ ਜਾਏਗਾ ਐਮਐਸਪੀ ਨੂੰ ਲੈ ਕੇ। ਇਸ ਗੱਲ ਨੂੰ ਲੈ ਕੇ ਕਿਸਾਨ ਆਗੂ ਕਹਿ ਰਹੇ ਨੇ ਕਿ ਇਹ ਸਰਕਾਰ ਨੇ ਭਰੋਸਾ ਦਿੱਤਾ। ਤੇ ਫਿਰ ਉਹ ਕਿਸਾਨ ਜਥੇਬੰਦੀਆਂ ਨੂੰ ਕੀ ਚਾਹੀਦਾ ਹੈ? ਜਦੋਂ ਸਰਕਾਰ ਨੇ ਭਰੋਸਾ ਦਿੱਤਾ, ਮੇਰੇ ਕਹਿਣ ਦੀ ਗੱਲ ਨਹੀਂ ਹੈ ਔਰ ਮੇਰਾ ਕਹਿਣਾ ਕੋਈ ਗੱਲ ਉਚਿਤ ਵੀ ਨਹੀਂ ਹੈ, ਕਿਉਂਕਿ ਸਾਡੀ ਗੱਲ ਜਿਹੜੀ ਕੁਝ ਵੀ ਮਾਮੂਲੀ ਜੀ ਕਹੀ ਹੋਈ ਗੱਲ ਕਿਧਰ ਹੋਰ ਇਸ਼ਾਰਾ ਦੇ ਦਿੰਦੀ ਹੈ। ਇਸ ਕਰਕੇ ਗੱਲ ਦਾ ਸਾਰਾ ਪਤਾ ਹੈ ਕਿੱਥੇ ਗੱਲ ਚੱਲ ਰਹੀ ਹੈ, ਕਿੱਥੋਂ ਹੋ ਰਹੀ ਹੈ, ਕੌਣ ਕਰ ਰਿਹਾ, ਕੀ ਕਰਾ ਰਿਹਾ। ਸਰਕਾਰ ਅੰਦੋਲਨ ਖਤਮ ਕਰਾਉਣਾ ਚਾਹ ਰਹੀ ਹੈ, ਸਰਕਾਰ ਕਿਸਾਨਾਂ ਦੇ ਨਾਲ, ਕਿਉਂਕਿ ਕਿਸਾਨ ਤਾਂ ਕਹਿ ਰਹੇ ਕਿ ਸਾਨੂੰ ਬੁਲਾਇਆ ਜਾਂਦਾ ਹੈ, ਕਦੀ ਕਿਤੇ ਬੁਲਾਇਆ ਜਾਂਦਾ ਹੈ, ਕਦੀ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਕਦੀ ਫਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕਿਸਾਨ ਆਗੂ ਕਹਿ ਰਹੇ ਨੇ। ਨਹੀਂ, ਦੇਖੋ ਸਰਕਾਰ ਦੀ ਨੀਅਤ ਸਾਫ਼ ਹੈ, ਕਿਸਾਨਾਂ ਦੇ ਹਿੱਤ ਵਿੱਚ ਹੈ, ਤਾਂ ਇਹ ਮੀਟਿੰਗ ਦਾ ਦੌਰ ਚੱਲ ਰਿਹਾ ਹੈ ਔਰ ਮੀਟਿੰਗ ਵੀ ਕभी 6 घंटे, ਕਦੇ ਮੀਟਿੰਗ 5 घंटे ਔਰ ਅਮਿਤ ਸ਼ਾਹ ਜੀ ਨੇ ਮੀਟਿੰਗ ਲਈ। ਅਗਰ ਇੱਕ ਦੇਸ਼ ਦਾ ਮਤਲਬ ਹੈ ਗ੍ਰਹਿ ਮੰਤਰੀ 2.5 घंटे ਅਗਰ ਕੋਈ ਗੱਲ ਕਰ ਰਹੇ ਨੇ ਤਾਂ ਗੱਲ ਦੇ ਵਿੱਚ ਵਜਨ ਹੁੰਦਾ ਹੈ। ਦੇਸ਼ ਪੂਰਾ ਦੇਸ਼ ਉਹ ਸੰਭਾਲ ਰਹੇ ਨਾ, ਤਾਂ ਗੱਲ ਨਹੀਂ ਕੋਈ ਮਜ਼ਾਕ ਦੀ ਗੱਲ ਤਾਂ ਨਹੀਂ ਹੈ। ਔਰ ਉਹਦੇ ਵਿੱਚ ਤੁਸੀਂ ਦੱਸ ਰਹੇ ਹੋ, ਤੁਹਾਡੇ ਰਾਹੀਂ ਅਸੀਂ ਸੁਣ ਰਹੇ ਹਾਂ। ਹੁਣ ਜਿਵੇਂ ਜਥੇਬੰਦੀਆਂ ਨੇ ਗੱਲ ਕੀਤੀ ਹੈ ਤਾਂ ਤੁਸੀਂ ਉਸ ਨੂੰ ਆਪ ਹੀ ਮੰਨਦੇ ਹੋ ਕਿ ਸਰਕਾਰ ਨੇ ਜਿਹੜੀਆਂ ਗੱਲਾਂ ਇਹਨਾਂ ਨੂੰ ਮੰਨ ਕੇ ਹੋਈ, ਜਿਹੜੀ ਸਮੱਸਿਆ ਹੈ, ਜਿਹੜੀ ਕੰਸਾ ਹੈ, ਜਿਹੜੀ ਸਾਨੂੰ ਕਿਸਾਨ ਆਗੂ ਦੱਸ ਰਹੇ ਕਿ ਇੱਕ ਕਾਨੂੰਨ ਰੱਦ ਕਰਨ ਤੇ, ਟ੍ਰੇਡ ਵਾਲਾ ਕਾਨੂੰਨ ਰੱਦ ਕਰਨ ਤੇ ਸਰਕਾਰ ਤਿਆਰ ਹੈ। ਐਮਐਸਪੀ ਨੂੰ ਲੈ ਕੇ ਇੱਕ ਨਵਾਂ ਕਾਨੂੰਨ ਬਣਾਉਣ ਨੂੰ ਲੈ ਕੇ ਸਰਕਾਰ ਤਿਆਰ। ਜਥੇਬੰਦੀਆਂ ਕਹਿ ਰਹੀ ਹੈ ਪਰ ਠੀਕ ਹੈ, ਫਿਰ ਕੀ ਚਾਹੀਦਾ ਔਰ ਅਸੀਂ ਮੰਗਿਆ ਕੀ ਸੀ? ਲੇਕਿਨ ਉਹ ਕਹਿ ਰਹੇ ਤਿੰਨੇ ਕਾਨੂੰਨ ਪੂਰੇ ਦੇ ਪੂਰੇ ਰੱਦ ਕਰੋ। ਹੁਣ ਸੋਧ ਕਰਨ ਦਾ ਸਮਾਂ ਚਲਾ ਗਿਆ, ਪੂਰੇ ਕਾਨੂੰਨ ਰੱਦ ਕਰੋ। ਦੇਖੋ ਗੱਲ ਸੁਣੋ, ਜਥੇਬੰਦੀਆਂ ਨੂੰ ਪ੍ਰਾਰਥਨਾ ਮੇਰੀ ਔਰ ਆਮ ਆਵਾਮ, ਜਿਹੜੇ ਪੰਜਾਬ ਦੇ ਨੌਜਵਾਨ, ਜਿਹੜੇ ਦੇਸ਼ ਦੇ ਕਿਸਾਨ, ਸਭ ਜਿੱਥੇ ਇੱਥੇ ਆਏ ਹੋ, ਇੱਕੋ ਹੀ ਪ੍ਰਾਰਥਨਾ ਹੈ। ਦੇਖੋ ਸਰਕਾਰ, ਪਹਿਲੀ ਗੱਲ ਸਾਡੀ ਨਜ਼ਰ ਹੋਣੀ ਚਾਹੀਦੀ ਹੈ ਕਿ ਸਰਕਾਰ ਕੋਈ ਅੰਗਰੇਜ਼ਾਂ ਦੀ ਸਰਕਾਰ ਨਹੀਂ ਹੈ। ਇਹ ਸਰਕਾਰ ਸਾਡੀ ਬਣਾਈ ਹੋਈ ਸਰਕਾਰ ਹੈ, ਇਹ ਸਾਡੀ ਸਰਕਾਰ ਹੈ। ਅਸੀਂ ਇਹਨੂੰ ਗਲਤ ਨਿਗਾਹ ਨਾਲ ਨਾ ਦੇਖੀਏ ਪਲੀਜ਼। ਇਹਦੇ ਵਿੱਚ ਕੀ ਹੈ ਕਿ ਸਾਨੂੰ ਸਾਰਿਆਂ ਨੂੰ ਬੜੇ ਧੀਰਜ ਨਾਲ, ਸੰਯਮ ਨਾਲ, ਕਿਸੇ ਤਰ੍ਹਾਂ ਦੀ ਜਲਦਬਾਜ਼ੀ, ਕਿਸੇ ਤਰ੍ਹਾਂ ਦਾ ਗੁੱਸਾ, ਕਿਸੇ ਤਰ੍ਹਾਂ ਦਾ ਨਹੀਂ ਦਿਖਾਉਣਾ ਚਾਹੀਦਾ ਹੈ। ਇਹ ਸੋਚ ਕੇ ਕਿ ਸਰਕਾਰ ਸਾਡੀ ਹੈ ਔਰ ਸਰਕਾਰ ਜਿਹੜੀ ਹੈ ਆਪਣੀ ਹੈ, ਆਪਣਾ ਸੋਚਦੀ ਹੈ। ਤਾਂ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਅਸੀਂ ਕੋਈ ਚੀਜ਼ ਕਿਸੇ ਕੋਲ ਮਨਾਉਣ ਚੱਲੇ ਹਾਂ ਤੇ ਅਗਲੇ ਦੀ ਵੀ ਮਜਬੂਰੀ ਦੇਖਣੀ ਚਾਹੀਦੀ ਹੈ। ਉਹਦੇ ਵਿੱਚ ਸਰਕਾਰ ਜੇ ਅਗਰ ਕਿਸਾਨਾਂ ਦੇ ਪ੍ਰਤੀ ਸਭ ਕੁਝ ਠੀਕ ਕਰ ਰਹੀ ਹੈ ਤਾਂ ਸਾਨੂੰ ਵੀ ਦੇਖਣਾ ਚਾਹੀਦਾ ਹੈ ਕਿ ਕੋਈ ਸਰਕਾਰ ਵੀ ਗੱਲ ਕਹਿ ਰਹੀ ਹੈ ਤਾਂ ਉਹਦੀ ਵੀ ਮਜਬੂਰੀ ਹੈ। ਸਰਕਾਰ ਦੀ ਕੀ ਮਜਬੂਰੀ? ਸਰਕਾਰ ਦੀ ਕੀ ਮਜਬੂਰੀ ਹੈ? 100 ਮਜਬੂਰੀਆਂ ਹੁੰਦੀਆਂ, ਕਾਨੂੰਨਾਂ ਦੇ ਵਿੱਚ ਹੁੰਦੀ ਹੈ। ਮੈਂ ਤੁਹਾਨੂੰ ਕਹਿ ਦਿਆਂ ਜੀ, ਤੁਸੀਂ ਮੈਨੂੰ 100 ਰੁਪਏ ਦਿਓ ਔਰ ਤੁਹਾਡੇ ਕੋਲ ਜੇਬ 'ਚ ਹੋਵੇ 50 ਰੁਪਏ ਔਰ ਮੈਂ ਤੁਹਾਡੇ ਅੜੀ ਲਾਈ ਰੱਖਾਂ ਤੇ ਫਿਰ ਕੀ ਗੱਲ ਹੋਊਗੀ? ਗੱਲ ਟੁੱਟਣ ਦੀ ਗੱਲ ਹੈ ਨਾ। ਮੈਂ ਅਗਰ ਤੁਹਾਡੇ ਕੋਲ ਕਿਉਂ ਡਿਮਾਂਡ ਕਰਨਾ ਤਾਂ ਮੈਂ ਤੁਹਾਡਾ ਵੀ ਦੇਖਾਂ, ਮੈਂ ਮੇਰਾ ਵੀ। ਸਰਕਾਰ ਦੀ ਮਜਬੂਰੀ, ਸਰਕਾਰ ਕਾਨੂੰਨ ਰੱਦ ਨਹੀਂ ਕਰ ਸਕਦੀ, ਇਹ ਮਜਬੂਰੀ ਹੈ ਸਰਕਾਰ ਦੀ। ਦੇਖੋ ਗੱਲ ਸੁਣੋ, ਮੈਂ ਕੁਝ ਨਹੀਂ ਕਹਿੰਦਾ, ਪਤਾ ਮੈਨੂੰ ਸਾਰਾ ਹੈ, ਪਰ ਮੈਂ ਕੁਝ ਬੋਲ ਨਹੀਂ ਸਕਦਾ। ਨਾ ਮੈਨੂੰ ਬੋਲਣ ਦਾ ਮੇਰਾ ਉਹ ਰਾਈਟ ਵੀ ਨਹੀਂ ਹੈ, ਨਾ ਮੈਂ ਬੋਲਾਂ। ਮੇਰੇ ਬੋਲਣ ਕੁਝ ਵੀ ਹੋ ਸਕਦਾ ਹੈ, ਪਰ ਮੇਰੀ ਪ੍ਰਾਰਥਨਾ ਮੇਰੇ ਜਥੇਬੰਦੀਆਂ ਤੋਂ, ਕਿਸਾਨ ਦੋਸਤਾਂ ਤੋਂ, ਨੌਜਵਾਨ ਬੱਚਿਆਂ ਤੋਂ, ਜੇ ਅਗਰ ਜਿਹੜੀ ਗੱਲਾਂ ਸਰਕਾਰ ਦੀ ਗੱਲਾਂ ਜਿਹੜੀ ਅੱਜ ਇਹਨਾਂ ਰਾਹੀਂ ਆ ਰਹੀ ਹੈ, ਸਾਨੂੰ ਨਹੀਂ ਪਤਾ, ਅਸੀਂ ਮੀਟਿੰਗ 'ਚ ਨਹੀਂ ਬੈਠਦੇ, ਨਾ ਮੀਟਿੰਗ 'ਚ ਜਾਣਾ ਹੁੰਦਾ। ਸਾਡੇ ਜਿਹੜੀ ਡਿਊਟੀ ਹੈ ਇੱਕ ਅਲੱਗ ਤਰ੍ਹਾਂ ਦੀ ਡਿਊਟੀ ਹੈ। ਜੇ ਵਰਕਰ, ਸਾਡੀ ਡਿਊਟੀ ਹੈ ਭਰਾਵਾਂ ਨਾਲ ਗੱਲ ਕਰਕੇ ਲਿਜਾਣਾ, ਉਹਨਾਂ ਦੀ ਗੱਲ ਇੱਧਰ ਸੁਣਾਉਣਾ, ਇੱਧਰ ਦੱਸਣਾ, ਉਹਨਾਂ ਨੂੰ ਇਕੱਠੇ ਕਰਨਾ। ਬਾਕੀ ਅੰਦਰ ਜਿਹੜੀ ਗੱਲ ਹੁੰਦੀ ਹੈ ਉਹ ਤਾਂ ਜਥੇਬੰਦੀਆਂ ਕਰ ਸਕਦੀ ਹੈ, ਅਸੀਂ ਨਹੀਂ ਕਰ ਸਕਦੇ। ਤਾਂ ਉਧਰ ਬੀਤੇ ਦਿਨ ਅਮਿਤ ਸ਼ਾਹ ਦੇ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਔਰ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਵੀ ਕੁਝ ਚਰਚਾਵਾਂ ਹੋਈਆਂ। ਇਸ ਨੂੰ ਲੈ ਕੇ ਕਿਸਾਨ ਆਗੂ ਰੁਲਦੂ ਸਿੰਘ ਨੇ ਨਿਊਜ਼ 18 ਨੂੰ ਅਹਿਮ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕੀ ਗੱਲਬਾਤ ਰੱਖੀ, ਕੀ ਪ੍ਰਸਤਾਵ ਤੁਹਾਡੇ ਸਾਹਮਣੇ ਰੱਖਿਆ? ਅਸੀਂ ਬਹਿ ਗਏ, ਅਮਿਤ ਸ਼ਾਹ ਆਏ, ਠੀਕ ਹੈ, ਅਸੀਂ ਸਤਿ ਸ੍ਰੀ ਅਕਾਲ ਬੈਠਿਆਂ ਨੇ ਬੁਲਾਤੀ ਸਾਰਿਆਂ ਨੇ, ਤੇ ਉਹਨੇ ਆ ਕੇ ਮਤਲਬ ਪਹਿਲਾਂ ਜਿਹੜਾ ਖੇਤੀਬਾੜੀ ਮੰਤਰੀ ਆ ਉਹੀ ਰੱਟਾ ਲਾਇਆ। ਨਰਿੰਦਰ ਸਿੰਘ ਤੋਮਰ ਉਹੀ ਪੁਰਾਣੀਆਂ ਗੱਲਾਂ ਕਹਿ ਰਹੇ। ਉਹ ਬਲਵੀਰ ਰਾਜਾ ਨੇ ਕਹਿੰਦੇ ਅਸੀਂ ਬਥੇਰਾ ਪੜ੍ਹ ਲਿਆ, ਸਾਨੂੰ 4 ਮੀਟਿੰਗਾਂ ਤੁਸੀਂ ਪੜ੍ਹਾਤਾ, ਅਸੀਂ ਰਹਿਣ ਦਿਓ। ਉਹ ਕਹਿ ਰਹੇ ਕਿ ਕਾਨੂੰਨ ਤੁਹਾਡੇ ਫਾਇਦੇਮੰਦ ਹੈ। ਉਹ ਸਾਰੀਆਂ ਗੱਲਾਂ ਜਿਹੜੀਆਂ 8-8 ਘੰਟੇ ਮੀਟਿੰਗ 'ਚ ਚੱਲੀਆਂ, ਉਹੀ ਪਹਿਲਾਂ ਨਰਿੰਦਰ ਸਿੰਘ ਤੋਮਰ ਕਰਦੇ ਰਹੇ। ਹਾਂ, ਉਹ ਕਰਦੇ ਰਹੇ ਉਹੀ। ਫਿਰ ਸ਼ਾਹ ਜੀ ਆ ਬੋਲਣ, ਸ਼ਾਹ ਜੀ ਸਾਨੂੰ ਉਹੀ ਗੱਲ ਸਮਝਾਉਣ ਲੱਗ ਗਏ, ਇਹ ਚਾਹੇ ਜੀ, ਇਹ ਚਾਹੇ ਜੀ, ਇਹ ਚਾਹੇਗਾ। ਇੱਕ ਗੱਲ ਤੋਂ ਅਸੀਂ ਥੋੜਾ ਟੱਪਲਾ ਖਾਦਾ ਸਾਡੀ ਲੀਡਰਸ਼ਿਪ ਨੇ, ਜਿਹੜਾ ਅਸੀਂ ਨੁਕਤੇ ਲਿਖ ਕੇ ਦਿਏ। ਮੈਂ ਉਹਦਾ ਵਿਰੋਧ ਕੀਤਾ ਸੀ, ਨਹੀਂ ਲਿਖ ਕੇ ਦੇਣੇ ਚਾਹੀਦੇ ਸਾਨੂੰ। ਅਸੀਂ ਤਾਂ ਜਦੋਂ ਪੰਜਾਬ ਚੋਂ ਤੁਰਿਆ ਅਰਦਾਸ ਕਰਕੇ ਤੁਰਿਆ ਵੀ ਤਿੰਨੇ ਕਾਨੂੰਨ ਰੱਦ ਕਰਾਵਾਂਗੇ। ਤੁਹਾਡੀਆਂ 8 ਮੰਗਾਂ ਨੇ, 8 ਮੰਗਾਂ ਚੋਂ ਕਿਹੜੀ ਕਿਹੜੀ ਅਜੇ ਸਰਕਾਰ ਮੰਨਦੀ ਹੋਈ ਨਜ਼ਰ ਆ ਰਹੀ, ਜੋ ਕੱਲ ਅਮਿਤ ਸ਼ਾਹ ਨੇ ਕਿਹਾ ਕਿ ਆਹ ਮੰਗਾਂ ਤੁਹਾਡੀਆਂ ਮੰਨ ਰਹੇ? ਸਰਕਾਰ ਜਿੱਥੋਂ ਤੱਕ ਮੈਨੂੰ ਨਜ਼ਰ ਆਉਂਦੀ ਹੈ, ਇੱਕ ਤਾਂ ਜਿਹੜਾ ਬਿਜਲੀ ਐਕਟ ਹੈ, ਬਿਜਲੀ ਹਾਂ, ਜਿਹੜਾ ਜਿਵੇਂ ਅਸੀਂ ਚਾਹੁੰਦੇ ਕਰਨਾ ਚਾਹੁੰਦੇ ਨੇ, ਜੋ ਕਹਿ ਰਹੇ ਕਿ ਸਬਸਿਡੀ ਅਸੀਂ ਜਾਰੀ ਰੱਖਾਂਗੇ। ਇੱਕ ਜਿਹੜਾ ਸਾਡਾ ਪਰਾਲੀ ਦਾ ਸਾਨੂੰ ਜੁਰਮਾਨਾ ਕਰੋੜ ਰੁਪਈਆ ਕਰਿਆ, ਉਹ ਤੇ ਆਉਣਾ ਚਾਹੁੰਦੀ ਹੈ। ਉਹ ਦੋ ਗੱਲਾਂ ਮੰਨ ਲਈਆਂ ਕਿ ਪਰਾਲੀ ਦਾ ਆਰਡੀਨੈਂਸ ਅਸੀਂ ਉਸ ਤੋਂ ਬਾਹਰ ਕੱਢ ਰਹੇ ਹਾਂ, ਕਿਸਾਨਾਂ ਨੂੰ ਬਾਹਰ ਕੱਢ ਰਹੇ ਹਾਂ। ਸਰ ਮੈਨੂੰ ਇਹ ਲੱਗਿਆ ਵੀ ਸਰਕਾਰ ਦੇ ਦਿਮਾਗ 'ਚ ਇੱਕ ਹੈ ਵੀ ਕਾਨੂੰਨ ਬਣਾ ਦਈਏ,
ਵੀ ਜਿਹੜਾ ਇਦੋਂ ਘੱਟ ਰੱਦ ਖਰੀਦੂਗਾ ਤਾਂ ਉਸ ਨੂੰ ਮਤਲਬ ਜੁਰਮਾਨਾ ਉਹਨੂੰ ਅਪਰਾਧ ਗਿਣਿਆ ਜਾਂਦਾ। ਹੁਣ ਪਹਿਲਾਂ ਕਾਨੂੰਨ ਨਹੀਂ ਹੈਗਾ। ਜਿਵੇਂ ਪੰਜਾਬ 'ਚ ਐਮਐਸਪੀ ਨੂੰ ਲੈ ਕੇ ਤੁਸੀਂ ਕਹਿ ਰਹੇ ਹੋ ਕਿ ਐਮਐਸਪੀ ਤੋਂ ਘੱਟ ਅਗਰ ਕੋਈ ਪ੍ਰਾਈਵੇਟ ਘਰਾਨਾ ਖਰੀਦੇਗਾ ਤਾਂ ਉਹਨੂੰ ਜੁਰਮਾਨਾ ਲਗਾਇਆ ਜਾਏਗਾ। ਇਹ ਨਵਾਂ ਕਾਨੂੰਨ ਬਣਾਉਣ ਦੀ ਸਰਕਾਰ ਗੱਲ ਕਰ ਰਹੀ ਹੈ। ਇੱਧਰ ਨੂੰ ਸਰਕਾਰ ਤੁਰ ਰਹੀ ਹੈ। ਅਸਲ ਨਾਲ ਸਰਕਾਰ ਨੇ ਆਪਣੀ ਕੰਬਲੀ ਭਾਰੀ ਕਰ ਲਈ। ਜੇ ਸਰਕਾਰ ਸਾਨੂੰ ਜੇ ਅਸੀਂ ਪਹਿਲੀ ਮੀਟਿੰਗ ਹੋਈ ਸੀ ਉਹਦੇ ਅਸੀਂ ਮੰਨ ਗਏ, ਮੈਂ ਅੜਿਆ ਹੋਇਆ ਜੀ ਵੀ ਨਹੀਂ ਰੇਲਾਂ ਚੱਲਣ ਦੀਆਂ, ਪਰ ਮੇਰੇ ਸਾਥੀਆਂ ਨੇ ਮੈਨੂੰ ਬਣਾ ਲਿਆ ਵੀ 2 ਰੇਲਾਂ ਚੱਲ ਪੈਣਗੇ। ਮੈਂ ਵੀ ਮੰਨ ਗਿਆ, ਮੈਂ ਚਲਾ ਲਓ। ਉਹਦੇ ਅਸੀਂ ਕਹਤਾ ਸੀ ਕਮੇਟੀ ਵੀ ਬਣਾ ਲਓ ਤੇ ਉਦੋਂ ਬਾਅਦ ਆਪਾਂ ਮੀਟਿੰਗਾਂ ਕਰਾਂਗੇ, ਸਾਰਾ ਕੁਝ ਕਰਾਂਗੇ। ਉਹਦੇ ਉਹ ਆਕੜ ਕੇ ਜਿਹੜਾ ਰੇਲ ਮੰਤਰੀ ਕਹਿੰਦਾ ਮੈਂ ਤਾਂ ਸਾਰੀਆਂ ਚਲਾਉਂਗਾ। ਅੱਛਾ, ਇਹ 3 ਗੱਲਾਂ ਮੰਨ ਲਈਆਂ ਤੁਸੀਂ। ਇੱਕ ਪਰਾਲੀ ਕਹਿ ਰਹੇ ਹੋ, ਇੱਕ ਇਲੈਕਟ੍ਰਿਸਿਟੀ ਕਹਿ ਰਹੇ ਹੋ, ਇੱਕ ਐਮਐਸਪੀ ਨੂੰ ਲੈ ਕੇ ਕਹਿ ਰਹੇ ਹੋ ਕਿ ਨਵਾਂ ਕਾਨੂੰਨ ਸਰਕਾਰ ਬਣਾ ਜਾਏਗੀ। ਹੋਰ ਕਿਹੜੀ ਮੰਗ ਮੰਨ ਲਈ? ਹੋਰ ਜਿਹੜੇ ਸਾਡੇ ਲੀਡਰਾਂ ਨੇ ਲਿਖ ਕੇ ਦਿੱਤੇ ਨੁਕਤੇ ਵੀ ਉਹਨਾਂ ਨੇ ਕਿਹਾ ਕਿ ਰਾਈਟਰਾਂ ਦੇ ਉੱਤੇ, ਬੁੱਧੀਜੀਵੀਆਂ ਦੇ ਉੱਤੇ ਜਿਹੜੇ ਪਰਚੇ ਨੇ ਜਾਂ ਫਿਰ ਪਰਾਲੀ ਨੂੰ ਲੈ ਕੇ ਪਰਚੇ ਹੋਏ, ਜਿਹੜੇ ਉਹਦੇ ਵਿੱਚ ਨੁਕਤੇ ਨੇ ਕੁਝ ਵੀ ਆਹ ਹੋਊਗਾ ਉਹ ਸਭ ਮੈਂ ਇੰਨਾ ਪੜ੍ਹਿਆ ਲਿਖਿਆ ਨਹੀਂ, ਸਾਡੇ ਲੀਡਰ ਲਿਖ ਕੇ ਦੇ ਨੇ। ਉਹ ਕਹਿੰਦੇ ਉਹ ਸਾਰੇ ਕੱਢ ਦੇਣੇ ਆ, ਸਾਨੂੰ ਕੱਲਾ ਖੋਖ ਜਿਹਾ ਰੱਖ ਲੈਣ ਦਿਓ। ਉਹ ਕਹਿੰਦੇ ਕਿ ਜੋ ਤੁਸੀਂ ਗਲਤੀਆਂ ਖਾਮੀਆਂ ਦਸੀਆਂ ਉਹ ਇੱਕ ਦੂਰ ਕਰਾਂਗੇ, ਲੇਕਿਨ ਕਾਨੂੰਨ ਰਹਿਣ ਦਿਓ। ਉਹ ਅਮਿਤ ਸ਼ਾਹ ਨੇ ਇਹ ਗੱਲ ਕਹੀ। ਖੋਖ ਰਹਿਣ ਦਿਓ ਬਸ, ਖੋਖ ਅਮਿਤ ਸ਼ਾਹ ਨੇ ਹਾਂ ਇੱਥੋਂ ਤੱਕ ਵੀ ਗੱਲ ਹੋ ਗਈ ਵੀ ਤੁਹਾਡਾ ਵੀ ਇੱਜ਼ਤ ਦਾ ਸਵਾਲ ਹੈ, ਸਾਡਾ ਵੀ ਇੱਜ਼ਤ ਦਾ ਸਵਾਲ ਹੈ। ਇਹ ਅਮਿਤ ਸ਼ਾਹ ਨੇ ਕਿਹਾ ਕਿ ਤੁਹਾਡੀ ਇੱਜ਼ਤ ਦਾ ਸਵਾਲ ਹੈ, ਸਾਡੀ ਇੱਜ਼ਤ ਦਾ ਸਵਾਲ ਹੈ। ਬਿਲਕੁਲ ਉਹਨੇ ਕਿਹਾ। ਫਿਰ ਤੁਸੀਂ ਕੀ ਕਿਹਾ? ਅਸੀਂ ਆਖਿਆ ਫਿਰ ਸਾਰੀ ਇੱਜ਼ਤ ਤਾਂ ਇੱਕੋ ਜਿਹੀ ਹੁੰਦੀ ਹੈ, ਉਹ ਤਾਂ ਫਿਰ ਸਾਰਿਆਂ ਨੂੰ ਇੱਕੋ ਜਿਹੀ ਦੇਖਣਾ ਭੁਗਤਣੀ ਪਊਗੀ। ਮੇਰੇ ਹਿਸਾਬ ਨਾਲ ਅਸੀਂ ਜਿੱਤ ਕੇ ਨਿਕਲਾਂਗੇ। ਜੇ ਅਸੀਂ ਇਦੋਂ ਘੱਟ ਨਿਕਲਾਂਗੇ ਮੈਂ ਪਹਿਲਾਂ ਹੀ ਵੇਟ ਫਿਰ ਸਾਡੀ ਲੌਂਗ ਵਾਲੀ ਬਣੂ ਸਾਡਾ। ਨਹੀਂ, ਤੁਸੀਂ ਅੰਦੋਲਨ ਉਦੋਂ ਤੱਕ ਉਦਾਂ ਹੀ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਕਾਨੂੰਨ ਰੱਦ ਨਹੀਂ ਕਰ ਦਿੰਦੀ। ਮੇਰਾ ਖਿਆਲ ਤੁਸੀਂ ਇੱਕ ਗੱਲ ਕਰੋਗੇ, ਅੱਜ ਮਾਨਸਾ ਦੇ ਵਿੱਚੋਂ ਤੁਸੀਂ ਇੰਟੈਲੀਜੈਂਸ ਤੋਂ ਪਤਾ ਕਰ ਲਓ 500 ਬੰਦਾ ਰੇਲ ਚੜਿਆ, ਅੱਜ 500। ਹੁਣ ਸਾਨੂੰ ਸੌਖੇ ਹੋ ਗਏ ਸੀ, ਹੁਣ ਟਰੈਕਟਰ ਲਿਆਉਣ ਦੀ ਲੋੜ ਨਹੀਂ। 1000 ਤੋਂ ਚੜ੍ਹ ਇੱਧਰੋਂ ਵਗ ਜਾ ਕਰੂਗਾ, 1000 ਤੋਂ ਚੜ੍ਹ ਜਾ ਕਰੂਗਾ। ਤੇ ਮੀਟਿੰਗਸ ਦਾ ਦੌਰ ਜਾਰੀ ਹੈ। 5 ਰਾਉਂਡ ਦੀ ਮੀਟਿੰਗ ਹੋ ਚੁੱਕੀ ਹੈ ਔਰ ਬੀਤੇ ਦਿਨ ਵੀ ਅਨਆਫੀਸ਼ੀਅਲ ਤੌਰ ਤੇ ਅਮਿਤ ਸ਼ਾਹ ਦੇ ਨਾਲ ਮੀਟਿੰਗ ਹੋਈ ਔਰ ਇੱਧਰ ਦਿੱਲੀ ਮੋਰਚਾ ਵੀ ਸਿਖਰਾਂ ਤੇ ਹੈ ਤਾਂ ਹਰ ਵਰਗ ਦਾ ਇਸ ਮੋਰਚੇ ਨੂੰ ਸਮਰਥਨ ਮਿਲ ਰਿਹਾ ਹੈ। ਆੜਤੀਆਂ ਨੇ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਹੈ। ਰਾਮਪੁਰਾ ਫੂਲ ਤੋਂ ਦਿੱਲੀ ਮੋਰਚੇ ਦੇ ਲਈ ਆੜਤੀ ਰਵਾਨਾ ਹੋਏ ਨੇ। 2 ਬੱਸਾਂ ਤੇ ਸਵਾਰ ਹੋ ਕੇ ਆੜਤੀਏ ਦਿੱਲੀ ਵੱਲ ਇਹਨਾਂ ਵੱਲੋਂ ਕੂਚ ਕੀਤਾ ਗਿਆ। ਕਿਸਾਨਾਂ ਦੇ ਨਾਲ ਸਾਡਾ 9 ਮਾਸ ਦਾ ਰਿਸ਼ਤਾ ਹੈ, ਆੜਤੀਆਂ ਵੱਲੋਂ ਇਹ ਗੱਲ ਕਹੀ ਗਈ ਔਰ ਖੇਤੀ ਕਾਨੂੰਨ ਵਾਪਸ ਲਵੇ ਸਰਕਾਰ। ਤਾਂ 2 ਬੱਸਾਂ ਦੇ ਵਿੱਚ ਸਵਾਰ ਹੋ ਕੇ ਰਾਮਪੁਰਾ ਫੂਲ ਤੋਂ ਦਿੱਲੀ ਮੋਰਚੇ ਵਾਸਤੇ ਆੜਤੀਆਂ ਨਿਕਲੇ ਨੇ। ਤਸਵੀਰਾਂ ਤੁਸੀਂ ਰਾਮਪੁਰਾ ਫੂਲ ਦੀਆਂ ਦੇਖ ਸਕਦੇ ਹੋ। ਤਾਂ तमाम ਅਜਿਹੇ ਲੋਕ ਨੇ, ਇਹਨਾਂ ਦੇ ਵਿੱਚ ਕੁਝ ਨਾਮੀ ਹਸਤੀਆਂ ਵੀ ਨੇ ਜਿਨ੍ਹਾਂ ਦਾ ਸਹਿਯੋਗ ਕਿਸਾਨਾਂ ਨੂੰ ਮਿਲ ਰਿਹਾ ਹੈ। ਅਸੀਂ ਕਿਸਾਨ ਯੂਨੀਅਨ ਦੇ ਸਮਰਥਨ ਦੇ ਵਿੱਚ ਆਰਤੀ ਐਸੋਸੀਏਸ਼ਨ ਰਾਮਪੁਰਾ ਫੂਲ ਦੀਆਂ ਦੋਨੋਂ ਮੰਡੀਆਂ ਕਿਸਾਨਾਂ ਦੇ ਸਮਰਥਨ ਵਿੱਚ ਜਾ ਰਹੀਆਂ। ਸਾਡੇ ਵੱਲੋਂ ਹਰ ਤਰ੍ਹਾਂ ਦਾ ਸਮਰਥਨ ਹੈ ਜੀ, ਤਨ ਮਨ ਧਨ ਸਾਰੇ ਨਾਲ ਅਸੀਂ ਸਮਰਥਨ ਕਰਾਂਗੇ। ਦੋਨੋਂ ਮੰਡੀਆਂ ਦੇ ਲਗਭਗ 100 ਤੋਂ 125 ਅਸੀਂ ਬੰਦਾ ਜਾ ਰਹੇ ਹਾਂ। किसान एकता मोदी खट्टर सुनीता दुग्गल। जो ग्राम पंचायत है पूरी की पूरी वो इस्तीफा दे रही है। ये आप इस्तीफा पत्र देख सकते हो। पूरी ग्राम पंचायत ਸਰਪੰਚ ਸਣੇ 20 ਪੰਚਾਂ ਨੇ ਅਧਿਕਾਰੀਆਂ ਨੂੰ ਆਪਣੇ ਅਸਤੀਫੇ ਭੇਜ ਦਿੱਤੇ ਨੇ। ਤਾਂ ਤਸਵੀਰਾਂ ਤੁਸੀਂ ਸਿਰਸਾ ਦੀਆਂ ਦੇਖ ਸਕਦੇ ਹੋ ਜਿੱਥੇ ਕਿ ਕਿਸਾਨਾਂ ਦੇ ਸਮਰਥਨ ਦੇ ਵਿੱਚ ਪੰਚਾਇਤ ਨਿੱਤਰ ਕੇ ਆ ਰਹੇ ਨੇ। ਇੱਕ ਸਰਪੰਚ ਔਰ 20 ਪੰਚਾਂ ਨੇ ਆਪਣਾ ਅਧਿਕਾਰੀਆਂ ਨੂੰ ਅਸਤੀਫਾ ਭੇਜ ਦਿੱਤਾ ਹੈ। ਖਾਰੀਆ ਪਿੰਡ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਪੂਰੀ ਪੰਚਾਇਤ ਨੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਔਰ ਆਪਣੇ ਅਸਤੀਫੇ ਦੇ ਦਿੱਤੇ। आज हम किसानों के समर्थन में पूरी पंचायत इस्तीफा दे रहे हैं और किसानों के हम साथ हैं। किसानों के जो कोई बात बिल थोपे हैं वो सरकार ने गलत थोपे हैं तो इनको वापस ले। ਤਾਂ ਵੱਖ-ਵੱਖ ਲੋਕ ਆਪਣੇ-ਆਪਣੇ ਤਰੀਕੇ ਦੇ ਨਾਲ ਸੇਵਾਵਾਂ ਨਿਭਾ ਰਹੇ ਨੇ। ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਸਿੱਧੇ ਸਿੰਘੂ ਬਾਰਡਰ ਜਿੱਥੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਨੇ। ਕਿਸਾਨੀ ਅੰਦੋਲਨ ਵਿੱਚ ਨਿਊਜ਼ 18 ਪੰਜਾਬ ਨੇ ਤੁਹਾਨੂੰ ਹਰ ਰੰਗ ਵਿਖਾਇਆ ਹੈ। ਲੰਗਰ ਦੇ ਆਪਾਂ ਗੱਲ ਕਰੀਏ ਤੇ ਗੋਲ ਗੱਪਿਆਂ ਦਾ ਵੀ ਲੰਗਰ ਇੱਥੇ ਲੱਗਿਆ ਹੋਇਆ। ਫਤਿਹਗੜ੍ਹ ਸਾਹਿਬ ਤੋਂ ਸੰਗਤਾਂ ਇੱਥੇ ਆਈ ਹੋਈਆਂ ਨੇ। ਗੋਲ ਗੱਪਿਆਂ ਦਾ ਉਹਨਾਂ ਨੇ ਲੰਗਰ ਲਾਇਆ ਹੋਇਆ ਉਹਨਾਂ ਨੇ ਔਰ ਤੁਹਾਡੇ ਸਾਹਮਣੇ ਇਹਨਾਂ ਤੋਂ ਗੱਲ ਵੀ ਕਰਾਂਗੇ। ਸਤਿ ਸ਼੍ਰੀ ਅਕਾਲ, ਕਿੱਥੋਂ ਆਏ ਹੋ? ਫਤਿਹਗੜ੍ਹ ਸਾਹਿਬ ਪਿੰਡ ਰੈਲੀ ਤੋਂ ਜੀ। ਪਿੰਡ ਰੈਲੀ ਤੋਂ? ਹਾਂਜੀ। ਗੋਲ ਗੱਪਿਆਂ ਦਾ ਲੰਗਰ? ਗੋਲ ਗੱਪਿਆਂ ਦਾ ਲਗਾਤਾਰ ਲਾਵਾਂ 6 ਦਿਨ ਦੀ। ਅੱਛਾ, ਹਾਂਜੀ। ਤੇ ਸਮਾਨ ਕਿੱਥੋਂ ਇੱਥੇ ਬਣਾਉਂਦੇ ਹੋ? ਹਾਂਜੀ, ਇੱਥੇ ਫਤਿਹਗੜ੍ਹ ਸਾਹਿਬ ਤੋਂ ਇਹ ਸੰਗਤਾਂ ਆਈਆਂ ਨੇ। ਗੋਲ ਗੱਪਿਆਂ ਦਾ ਵੀ ਲੰਗਰ ਲਾਇਆ ਹੋਇਆ ਹੈ। ਇੱਥੇ ਸਮਾਨ ਬਣਾਉਂਦੇ ਨੇ ਸਾਰਾ। ਇਹ ਤੁਸੀਂ ਸਾਰੀ ਮੰਡੀਰ ਜਿਹੜੀ ਦੇਖ ਰਹੇ ਹੋ, ਨੌਜਵਾਨ ਬਜ਼ੁਰਗ ਸਾਰੇ ਇੱਥੇ ਆਏ ਹੋਏ ਨੇ। ਕਿੰਨੇ ਕੁ ਲੋਕ ਆਏ ਨੇ ਤੁਹਾਡੇ ਨਾਲ? ਸਾਡੇ ਨਾਲ ਤਕਰੀਬਨ 20 ਲੋਕ ਆਏ ਜੀ। 20 ਲੋਕ ਆਏ। ਹਾਂਜੀ।
ਗੋਲਗੱਪਾਂ ਦੇ ਕੀ ਸੋਚਿਆ ਤੁਸੀਂ ਵੀ ਹੋਰ ਕੀ ਚੀਜ਼ ਦਾ ਨਾ ਨਾ ਇਹ ਤਾਂ ਹੁਣੇ ਸੋਚਿਆ ਜੀ ਅਸੀਂ ਲੰਗਰ ਦਾ ਸਿੱਧਾ ਲੈ ਕੇ ਆਏ ਸੀ ਉਹ ਲੰਗਰ 'ਚ ਵੰਡਿਆ ਜਾ ਗਿਆ ਵੀ ਗੋਲਗੱਪਾਂ ਦੀ ਕਮੀ ਰਹਿ ਗਈ ਸੀ। ਨਾ ਨਾ ਗੋਲਗੱਪੇ ਦੀ ਕਮੀ ਰਹਿ ਗਈ ਸੰਗਤ ਨੂੰ ਗੋਲਗੱਪੇ ਖਿਲਾ ਰਹੇ ਹਾਂ ਜੀ ਅਸੀਂ ਹੋਰ ਵੀ ਕੱਲ ਨੂੰ ਹੋਰ ਬਦਲਵੀਂ ਚੀਜ਼ ਚੱਲੂਗੀ ਜੀ ਉਹ ਤੋਂ ਬਾਅਦ ਹੋਰ ਚੱਲੂਗਾ ਜੀ ਹੋਰ ਕੀ ਪਲਾਨ ਹੈ ਲਾਣ ਦਾ? ਟਿੱਕੀਆਂ ਚੱਲਣਗੀਆਂ ਜੀ ਸਾਰਾ ਕੁਝ ਫਰੂਟ ਚਾਟ ਸਭ ਕੁਝ ਚੱਲੂਗਾ ਜੀ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਗੋਲਗੱਪਾ ਦਾ ਲੰਗਰ ਹੈ, ਹੁਣ ਇਹ ਬਦਲੂਗਾ ਵੀ ਇੱਥੇ ਫਰੂਟ ਚਾਟ ਟਿੱਕੀਆਂ ਦਾ ਵੀ ਲੰਗਰ ਹੈ ਇੱਥੇ ਲਾਣਾ ਇਹਨਾਂ ਨੇ। ਔਰ ਫਤਿਹਗੜ੍ਹ ਸਾਹਿਬ ਤੋਂ ਇਹ ਸੰਗਤਾਂ ਆਈ ਹੋਈਆਂ ਨੇ। ਦਾਜ ਦੁੱਖ ਪਰਦੇਸ ਦੇ ਬਹੁਤ ਭੈੜੇ ਕਰੋ ਨਿਕਲ ਕੇ ਸਦਾ ਬੇਰਾਮ ਰਹਿਣਾ ਉਹ ਕਰ ਸੌਣਾ ਮਕਮਲੀ ਗੱਦਿਆਂ ਤੇ ਬਾਹਰ ਮੰਜਿਓਂ ਵੀ ਆਵਾਜ਼ਾਰ ਰਹਿਣਾ ਜਿੰਨਾ ਕਈ ਮੁਸੀਬਤਾਂ ਕੱਟੀਆਂ ਨੇ ਉਹਨਾਂ ਮੁਸ਼ਕਲ ਸਦਾ ਗੁਲਾਮ ਰਹਿਣਾ। ਬੜਾ ਵਧੀਆ ਇੱਕ ਲਾਈਨਾਂ ਕਹੀਆਂ ਨੇ। ਗੋਲਗੱਪਿਆਂ ਦਾ ਲੰਗਰ ਲਾਇਆ, ਲਾਈਨ ਲੱਗ ਕੇ ਲੰਗਰ ਇੱਥੇ ਲੋਕੀ ਲੈ ਰਹੇ ਨੇ। ਨਿਊਜ਼ 18 ਪੰਜਾਬ ਦੇ ਕੈਮਰੇ ਤੇ ਹਰ ਤਸਵੀਰ ਤੁਹਾਨੂੰ ਦਿਖਾ ਰਹੀ ਹੈ। ਇਸ ਅੰਦੋਲਨ ਦੀ ਹਰ ਤਸਵੀਰ ਤੁਸੀਂ ਦੇਖਦੇ ਰਹੋਗੇ। ਵੀਡੀਓ ਜਰਨਲਿਸਟ ਵਿਨੋਦ ਦੇ ਨਾਲ ਉਮੇਸ਼ ਸ਼ਰਮਾ, ਸਿੰਘੂਰ ਬਾਰਡਰ, ਦਿੱਲੀ। ब्रेक तो बाद एक बार फिर तो स्वागत है। लगातार गल कर रहे किसानी मोर्चे दी तां एक पासे ठंड वधनी शुरू हो गई और उधर दिल्ली मोर्चा किसानां दा सिखरां ते है। दिल्ली दे बॉर्डरां ते किसानां ने 14 दिनां तो डेरे लगा रखे ने। इस दौरान किसान रोजमर्रा दियां सारियां चीजां ले आए ने। आंदोलन लगातार जारी है और अलग अलग तस्वीरें आंदोलन से सामने आ रही हैं। फिलहाल हम सिंगू बॉर्डर पर हैं और सर्दी का मौसम है तो गर्म पानी की जरूरत जरूर होती है। आप देख सकते हैं कि यह देसी जुगाड़, देसी गैस गीजर आपने सुने होंगे, लेकिन यह देसी गीजर बनाया गया है जिसमें लकड़ी का इस्तेमाल होता है और पानी डाला जाता है। पानी डालते आपको दिखा रहे हैं, पानी ये डल रहा है इसमें और अब बीच में आग जलती है और उस आग के बाद यह पानी निकलता हुआ दिखाई दे रहा है। यह पानी गर्म निकलता है क्योंकि सर्दी बहुत ज़्यादा है और किसानों को नहाने के लिए गर्म पानी की ज़रूरत, कपड़े धोने और बर्तन धोने के लिए भी गर्म पानी की ज़रूरत होती है। तो यह बहुत कारगर साबित हो रहा है इस आंदोलन में और इसकी जो कीमत है वो भी बहुत ज़्यादा कम है। इसकी कीमत महज 3,000 रुपये बताई गई है और एक समय पर यह 10 से 12 लीटर पानी निकाल रहा है जो बहुत ज़्यादा कारगर साबित यहाँ आंदोलन में हो रहा है। हम बातचीत कर लेते हैं। क्या नाम है आपका, कहाँ से आए हैं और कितने दिन से इसका इस्तेमाल कर रहे हैं? परमजीता जी, संगरूर जिला। हनु भाई 23 तरीक ਦੇ ਆਏ ਅਸੀਂ ਉਰੇ 23 ਤਰੀਕ ਤੇ 30 ਤਰੀਕ ਦੀਆਂ ਚੱਲਦਾ ਕੰਮ ਸਾਡਾ। ਸੁਬਾਹ ਪਹਿਲਾਂ डाल देने पानी गर्म कर लें, नहा लें, भांड बर्तन मांज लें। कितनी लकड़ियाँ एक समय पे लगाते हैं और कितना पानी निकलता है? ਇਹ ਤਾਂ ਲੱਕੜੀ ਤਾਂ ਥੋੜੀ ਜਲ ਜਾਂਦੀ ਹੈ। ਦੋ ਕੋ ਬਾਹ ਪਾ ਕੇ ਫੀਸਾ ਤੱਤਾ ਹੋ ਜਾਂਦਾ, ਥੋੜੀ ਲੱਕੜੀ ਨਾਲ ਹੀ ਹੋ ਜਾਂਦਾ ਤੱਤਾ ਤੇ ਫਿਰ ਆਪਦੇ ਆਪ ਹੀ ਸੇਕਣਾ ਹੀ ਹੋਈ ਜਾਂਦਾਗਾ। यानी कि देसी जुगाड़ है, बिजली की जरूरत नहीं? ਨਾ ਨਾ ਦੇਸੀ ਜਗਾੜ पर दो पाथियां पा दे, अपने लकड़ पा दे, गिट्टी पा दे। आज बैठक होनी थी वो भी रद्द हो गई है। क्या आपका आंदोलन ऐसे जारी रहेगा? जारी रहेगा जी, 6 महीने जारी रहेगा। कणक बटन वेले जावांगे पूरे बंदोबस्त से? पूरे बंदोबस्त 6 महीना राशन राशि लेके आएंगे। तो कहीं ना कहीं आप देख सकते हैं कि जो किसान हैं उनका ये कहना है कि सरकार जितने दिन चाहे लगा सकती है। वो पूरे बंदोबस्त के साथ यहाँ सिंगू बॉर्डर किसान आंदोलन में पहुंचे हैं। बहरहाल देखना भी यही होगा कि आंदोलन कितना लंबा चलता है और सरकार कब तक किसानों की मांगे मानती है या फिर कोई बीच का रास्ता निकाल